ਨਜ਼ਰਸਾਨੀ ਪ੍ਰੋਗਰਾਮ ਦੇਖ ਰਹੇ ਦਰਸ਼ਕਾਂ ਦਾ ਸਵਾਗਤ। ਮੈਂ ਆ ਕਮਲਜੀਤ ਸਿੱਧੂ। ਜੇ ਸਰਕਾਰਾਂ ਤੇ ਗੁੰਡੇ ਕਹਿੰਦੇ ਇੱਕੋ ਪੱਧਰ ਤੇ ਆ ਜਾਣ ਤੇ ਫਿਰ ਨਿਆਂ ਕੌਣ ਕਰੂਗਾ, ਨਿਆਂ ਦੀ ਆਸ ਕਿਹਦੇ ਕੋਲੋਂ ਰੱਖੀ ਜਾਊਗੀ। ਤਾਂ ਜਿਹੜਾ ਨਿਆਂ ਆ ਫਿਰ ਤਾਂ ਉਹ ਅਮੀਰ ਆ ਜਿਵੇਂ ਮਰਜ਼ੀ ਆਪਦੇ ਤੌਰ ਤਰੀਕੇ ਨਾਲ ਉਹ ਕਰਾ ਲੈਣਗੇ। ਆਓ ਇਸ ਮੁੱਦੇ ਉੱਤੇ ਗੱਲ ਕਰਦੇ ਹਾਂ। ਯੂਪੀ ਦੀ ਉਸ ਵੱਡੀ ਘਟਨਾ ਨੂੰ ਲੈ ਕੇ ਜਿਸ ਦੇ ਵਿੱਚ ਗੈਂਗਸਟਰ ਅਤੀਕ ਤੇ ਉਸਦੇ ਭਰਾ ਅਸ਼ਰਫ ਦਾ ਮੀਡੀਆ ਦੇ ਸਾਹਮਣੇ ਪੁਲਿਸ ਦੀ ਮੌਜੂਦਗੀ ਦੇ ਵਿੱਚ ਕਤਲ ਕਰ ਦਿੱਤਾ ਜਾਂਦਾ ਆ। ਇਸ ਦੇ ਬਾਵਜੂਦ ਵੀ ਬਹੁਤ ਸਾਰੇ ਮੁੱਦੇ ਜਿਹੜੇ ਆ ਉਹ ਹਮੇਸ਼ਾ ਲਈ ਉਹਦੇ ਨਾਲ ਦਫਨ ਹੋ ਜਾਂਦੇ ਆ। ਕਿਉਂ ਖਤਮ ਕਰ ਦਿੱਤਾ ਗਿਆ ਆ, ਕਿਉਂ ਇੱਕ ਸਰਕਾਰੀ ਗੁੰਡਾਗਰਦੀ ਵਾਲੀ ਗੱਲ ਹੀ ਸਾਹਮਣੇ ਆਈ ਆ, ਆਖਰ ਇੱਦਾਂ ਕਿਉਂ ਹੋ ਰਿਹਾ। ਆਓ ਗੱਲ ਕਰਦੇ ਹਾਂ ਕਿ ਆਖਰ ਕੀ ਹੈ ਸਾਰਾ ਮਾਜਰਾ। ਇਸ ਦੇਸ਼ ਦੇ ਵਿੱਚ ਬੜੀ ਉਦੋਂ ਅਜੀਬ ਸਥਿਤੀ ਬਣਦੀ ਹੈ ਜਦੋਂ ਸਰਕਾਰ ਵੀ ਉਹੀ ਕੁਛ ਕਰਨ ਲੱਗ ਜਾਵੇ ਜੋ ਕੁਛ ਇੱਥੋਂ ਦੇ ਗੁੰਡੇ ਜਾਂ ਗੈਂਗਸਟਰ ਕਰਦੇ ਫਿਰਦੇ ਆ। ਤੇ ਜੇ ਦੋਵੇਂ ਇੱਕੋ ਜਿਹੇ ਰਲ ਗਏ ਤਾਂ ਫਿਰ ਸਰਕਾਰ ਤੇ ਗੁੰਡਿਆਂ ਦੇ ਵਿੱਚ ਜਾਂ ਗੈਂਗਸਟਰਾਂ ਦੇ ਵਿੱਚ ਕੀ ਫਰਕ ਰਹਿ ਜੂਗਾ। ਪ੍ਰਤੱਖ ਅੱਜ ਕੱਲ੍ਹ ਦੇਸ਼ ਦੇ ਵਿੱਚ ਅਜਿਹਾ ਹੀ ਕੁਝ ਨਜ਼ਰ ਆ ਰਿਹਾ ਆ। ਸਮਝ ਨਹੀਂ ਆਉਂਦੀ ਕਈ ਵਾਰੀ ਕਿ ਇਹ ਕਹਿਣ ਨੂੰ ਦਿਲ ਕਰਦਾ ਆ ਕਿ ਗੁੰਡਾ ਕਿਹਨੂੰ ਕਿਹਾ ਜਾਵੇ ਦੋਵਾਂ ਦੇ ਵਿੱਚੋਂ, ਕਿ ਉਹ ਗੁੰਡਾ ਸੀ ਕਿ ਇਹ ਗੁੰਡੇ ਆ। ਤੇ ਹੁਣ ਫਰਕ ਕੱਢਣਾ ਵੀ ਔਖਾ ਹੋਇਆ ਪਿਆ ਆ। ਆਖਰ ਨਿਆਂ ਜਿਹੜਾ ਆ ਉਹ ਲੈਣ ਦੇ ਵਾਸਤੇ ਜੋ ਨਿਆਂ ਕਰਨਾ ਹੁੰਦਾ ਜਾਂ ਉਹ ਕਰਨ ਦੇ ਵਾਸਤੇ ਕਈ ਵਾਰੀ ਇਸ ਹੱਦ ਤੱਕ ਸਰਕਾਰਾਂ ਵੀ ਚਲੀਆਂ ਜਾਂਦੀਆਂ ਆ ਕਿ ਫਿਰ ਵਾਕਈ ਇਹ ਫਰਕ ਕੱਢਣਾ ਔਖਾ ਹੁੰਦਾ ਹੈ ਕਿ ਜੋ ਕੁਛ ਕੰਮ ਗੁੰਡਿਆਂ ਨੇ ਕੀਤੇ ਆ ਉਹੀ ਸਰਕਾਰਾਂ ਕਰੀ ਜਾਂਦੀਆਂ ਹੈ। ਤੇ ਫਿਰ ਦੋਹਾਂ ਦੇ ਵਿੱਚ ਫਰਕ ਕੀ ਰਹਿ ਗਿਆ। ਮਾਮਲਾ ਯੂਪੀ ਦੇ ਵਿੱਚ ਜਿਹੜਾ ਗੈਂਗਸਟਰ ਅਤੀਕ ਤੇ ਉਸਦੇ ਭਰਾ ਅਸ਼ਰਫ ਦਾ ਕਤਲ ਹੋ ਜਾਣਾ ਆ, ਉਸ ਨੂੰ ਲੈ ਕੇ ਜੇ ਗੱਲ ਕਰੀਏ ਤਾਂ ਕੁਝ ਸਥਿਤੀ ਅਜਿਹੀ ਨਜ਼ਰ ਆਉਂਦੀ ਪਈ ਹੈ। ਤਾਂ ਅਤੀਕ ਅਹਿਮਦ ਇੱਕ ਗੁੰਡਾ ਸੀ। ਇਸ ਬਾਰੇ ਅਜੇ ਕੋਈ ਅਦਾਲਤੀ ਫੈਸਲਾ ਨਹੀਂ ਸੀ ਆਇਆ। ਉਸ 'ਤੇ ਚੱਲਦੇ 100 ਮੁਕੱਦਮਿਆਂ ਵਿੱਚੋਂ ਅਜੇ ਇੱਕ ਕੇਸ ਦੇ ਵਿੱਚ ਹੀ ਫੈਸਲਾ ਸੁਣਾਇਆ ਗਿਆ ਸੀ। ਪਰ ਅਤੀਕ ਅਹਿਮਦ 3 ਵਾਰ ਚੋਣ ਜਿੱਤਿਆ, ਵਿਧਾਇਕ ਬਣਿਆ ਤੇ 1 ਵਾਰ ਪਾਰਲੀਮੈਂਟ ਦਾ ਮੈਂਬਰ ਵੀ ਬਣਿਆ। ਇਹ ਫੈਸਲਾ ਲੋਕਾਂ ਨੇ ਸੁਣਾਇਆ ਸੀ। ਪਰ ਜਿਸ ਤਰ੍ਹਾਂ ਉਸ ਦੀ ਮੌਤ ਹੋਈ ਹੈ ਉਹ ਨਾ ਤਾਂ ਉਸ ਦੇ ਗੁੰਡੇ ਹੋਣ ਦੇ ਇਲਜ਼ਾਮ ਨਾਲ ਤੇ ਨਾ ਹੀ ਉਸ ਦੇ ਸਿਆਸਤਦਾਨ ਹੋਣ ਨਾਲ ਜੋੜੀ ਜਾ ਸਕਦੀ ਹੈ। ਉਹ ਇੱਕ ਮੁਜਰਮ ਸੀ, ਗੁੰਡਾ ਸੀ, ਕਾਤਲ ਸੀ, ਜਿਸ ਦੇ ਉੱਪਰ ਉੱਤਰ ਪ੍ਰਦੇਸ਼ ਪੁਲਿਸ ਨੇ ਕੇਸ ਦਰਜ ਕੀਤੇ ਹੋਏ ਸੀ। ਉਹ ਉੱਤਰ ਪ੍ਰਦੇਸ਼ ਪੁਲਿਸ ਦੀ ਹਿਰਾਸਤ ਵਿੱਚ ਸੀਗਾ ਤੇ ਰਾਤ ਨੂੰ 10 ਵਜੇ ਪੁਲਿਸ ਵੱਲੋਂ ਉਸ ਨੂੰ ਬਿਨਾਂ ਕਿਸੇ ਮੈਡੀਕਲ ਜ਼ਰੂਰਤ ਦੇ ਜੇਲ੍ਹ ਤੋਂ ਬਾਹਰ ਹਸਪਤਾਲ ਲਿਜਾਇਆ ਜਾ ਰਿਹਾ ਸੀਗਾ, ਜਿਸ ਦਾ ਉਸਨੇ ਖਦਸ਼ਾ ਪ੍ਰਗਟ ਕੀਤਾ ਸੀ ਕਿ ਮੈਨੂੰ ਨਾ ਲੈ ਕੇ ਜਾਓ, ਸਾਨੂੰ ਲੋੜ ਨਹੀਂ ਹੈਗੀ। ਔਰ ਇਹ ਸਾਰੇ ਸੰਸਾਰ ਨੂੰ ਪਤਾ ਲੱਗੀ ਇਹ ਗੱਲ ਕਿ ਬਿਨਾਂ ਲੋੜ ਦੇ ਉਹਨਾਂ ਨੂੰ ਧੱਕੇ ਨਾਲ ਹਸਪਤਾਲ ਲਿਜਾਇਆ ਜਾ ਰਿਹਾ ਸੀ। ਮਤਲਬ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਸਾਜ਼ਿਸ਼ ਪਹਿਲਾਂ ਹੀ ਘੜੀ ਕਢਾਈ ਗਈ ਸੀਗੀ। ਇਹ ਹੁਣ ਸਾਰਿਆਂ ਨੂੰ ਪ੍ਰਤੱਖ ਹੋ ਚੁੱਕੀ ਹੈ। ਉਹ ਇੱਕ ਮੁਜਰਮ ਸੀਗਾ ਤੇ ਮੁਜਰਮ ਨੂੰ ਜਿਸ ਤਰੀਕੇ ਨਾਲ ਪੁਲਿਸ ਖਿੱਚੀ ਫਿਰਦੀ ਸੀਗੀ ਔਰ ਜਿਸ ਤਰੀਕੇ ਉਹਦੇ ਮਨ ਵਿੱਚ ਡਰ ਸੀ, ਤੌਖਲਾ ਸੀਗਾ, ਉਹ ਸੱਚਮੁੱਚ ਹੀ ਉਹਦੇ ਸਾਹਮਣੇ ਆ ਗਿਆ। ਜਿਸ ਤਰ੍ਹਾਂ ਨਾਲ ਬੜੇ ਬੁਰੇ ਤਰੀਕੇ ਪੁਲਿਸ ਦੀ ਮੌਜੂਦਗੀ ਵਿੱਚ ਪੱਤਰਕਾਰਾਂ ਦੇ ਬਿਲਕੁਲ ਸਾਹਮਣੇ 3 ਗੁੰਡਿਆਂ ਵੱਲੋਂ ਉਸ ਦਾ ਕਤਲ ਕੀਤਾ ਜਾਂਦਾ ਆ। ਇੱਕ ਗੁੰਡਾ ਨਹੀਂ, 2 ਗੁੰਡਿਆਂ ਦਾ ਕਤਲ 3 ਗੁੰਡਿਆਂ ਵੱਲੋਂ ਕੀਤਾ ਜਾਂਦਾ। ਤੇ ਫਿਰ ਕਰਵਾਉਣ ਵਾਲਾ ਕੌਣ ਆ ਇਹ ਵੀ ਆਪਾਂ ਸੱਚ ਜਾਣਦੇ ਹਾਂ, ਕਿਉਂਕਿ ਸਿੱਧੀ ਸ਼ੱਕ ਦੀ ਸੂਈ ਸਰਕਾਰ ਦੇ ਉੱਤੇ ਜਾਂਦੀ ਪਈ ਆ। ਹਾਲਾਂਕਿ ਅਸੀਂ ਪਹਿਲਾਂ ਜ਼ਿਕਰ ਕੀਤਾ ਸੀਗਾ ਕਿ ਯੂਪੀ ਦੀ ਜੋ ਸਰਕਾਰ ਹੈ ਉਸ ਦੇ ਉੱਤੇ ਫਰਜ਼ੀ ਇਨਕਾਊਂਟਰਾਂ ਦੇ ਮਾਮਲੇ ਦੇ ਵਿੱਚ ਛਾਪ ਲੱਗ ਚੁੱਕੀ ਹੈ ਔਰ ਉਹ ਸਰਕਾਰ ਆਪ ਵੀ ਮੰਨਦੀ ਪਈ ਆ ਸਾਡੇ ਕਹਿਣ ਨਾਲ ਇੱਥੇ ਕੁਛ ਨਹੀਂ ਹੋ ਜਾਣਾਗਾ। ਕਿਉਂਕਿ ਜਦੋਂ ਦਾ ਆਦਿੱਤਿਆਨਾਥ ਯੋਗੀ ਇੱਕ ਸਾਧ ਤੋਂ ਮੁੱਖ ਮੰਤਰੀ ਬਣਿਆ ਆ, ਉਸ ਤੋਂ ਬਾਅਦ ਜੋ ਉੱਥੋਂ ਦੀ ਸਥਿਤੀ ਬਣੀ ਹੋਈ ਹੈ ਕਿ ਬਹੁਤ ਸਾਰੀਆਂ ਗੱਲਾਂ ਅਜਿਹੀਆਂ ਹੋ ਰਹੀਆਂ ਨੇ ਜੋ ਹੁਣ ਕਿਸੇ ਨੂੰ ਹਜ਼ਮ ਨਹੀਂ ਹੋ ਰਹੀਆਂ। ਘੱਟੋ ਘੱਟ 1000 ਦੇ ਕਰੀਬ ਐਨਕਾਊਂਟਰਾਂ ਦੀ ਫਾਈਲ ਆ ਜਿਹੜੇ ਫਰਜ਼ੀ ਕੀਤੇ ਗਏ ਨੇ ਔਰ ਜਿਨ੍ਹਾਂ ਲੋਕਾਂ ਨੂੰ ਗੁੱਠੇ ਲਾਉਣਾ ਉਹਨਾਂ ਨੂੰ ਲਾਇਆ ਜਾ ਰਿਹਾ ਆ। ਇਹ ਬੜੀ ਹੈਰਾਨ ਕਰ ਦੇਣ ਵਾਲੇ ਅੰਕੜੇ ਆ ਜਿਹੜੇ ਪਿਛਲੇ ਦਿਨੀ ਜਾਰੀ ਹੋਏ ਸੀ ਕਿ ਆਖਰ ਯੂਪੀ ਦੇ ਵਿੱਚ ਇਹ ਕੀ ਹੋ ਰਿਹਾ ਆ। ਤਾਂ ਅਤੀਕ ਤੇ ਉਸਦੇ ਭਰਾ ਅਸ਼ਰਫ ਨੂੰ ਜਿਸ ਦਿਨ
ਜੇਲ੍ਹ ਤੋਂ ਬਾਹਰ ਮੈਡੀਕਲ ਚੈੱਕਅਪ ਵਾਸਤੇ ਪੁਲਿਸ ਲੈ ਕੇ ਜਾ ਰਹੀ ਸੀ ਤਾਂ ਉਹਨਾਂ ਨੂੰ ਬਿਨਾਂ, ਮੈਂ ਫਿਰ ਉਸ ਗੱਲ ਦੇ ਉੱਤੇ ਆਉਣਾ ਹੈ ਕਿ ਬਿਨਾਂ ਮੈਡੀਕਲ ਜ਼ਰੂਰਤ ਦੇ ਲਿਜਾਇਆ ਜਾ ਰਿਹਾ ਸੀਗਾ ਤੇ ਉਹ ਪੁਲਿਸ ਉਹਨਾਂ ਨੂੰ ਪੈਦਲ ਚਲਾ ਕੇ ਆਮ ਮੈਡੀਕਲ ਜਾਂਚ ਵਾਸਤੇ ਲਿਜਾ ਰਹੀ ਸੀ, ਜਦੋਂ ਕਿ ਕਿਸੇ ਗੱਡੀ 'ਚ ਬਿਠਾ ਕੇ ਬਿਲਕੁਲ ਹਸਪਤਾਲ ਦੇ ਅੰਦਰ ਵੀ ਲਿਜਾਇਆ ਜਾ ਸਕਦਾ ਸੀ। ਅੰਦਰ ਬੂਹੇ ਦੇ ਜਮਾਂ ਗੇਟ ਦੇ ਲਾਗੇ ਵੀ ਕਰਕੇ ਉਹਨਾਂ ਨੂੰ ਫਟਾਫਟ ਅੰਦਰ ਟਪਾਇਆ ਜਾ ਸਕਦਾ ਸੀ, ਲੰਘਾਇਆ ਜਾ ਸਕਦਾ ਸੀ। ਜਿਵੇਂ ਆਮ ਤੌਰ 'ਤੇ ਸਾਡੇ ਇੱਥੇ ਬਖਤਰਬੰਦ ਗੱਡੀਆਂ ਪੁਲਿਸ ਨੂੰ ਮਿਲੀਆਂ ਹੁੰਦੀਆਂ ਜਦੋਂ ਉਹ ਕਿਸੇ ਬਹੁਤ ਵੱਡੇ ਅਪਰਾਧੀ ਨੂੰ ਲੈ ਕੇ ਆਉਂਦੀਆਂ ਤੇ ਆਸੇ-ਪਾਸੇ ਪੂਰੀ ਜੈਡ ਸਿਕਿਉਰਿਟੀ ਹੁੰਦੀ ਹੈ। ਤਾਂ ਹੁਣ ਇਹ ਸਿਕਿਉਰਿਟੀ ਜਿਹੜੀ ਉੱਥੇ ਸੀਗੀ ਉਹ ਤਾਂ ਹੁਣ ਜੱਗ ਜ਼ਾਹਿਰ ਹੋਈ ਹੈ ਕਿ ਸਿਕਿਉਰਿਟੀ ਹੋਣ ਦੇ ਬਾਵਜੂਦ ਵੀ ਪੁਲਿਸ ਨੂੰ ਪਤਾ ਸੀਗਾ ਕਿ ਕੀ ਹੋਣਾ ਹੈ, ਔਰ ਪੁਲਿਸ ਨੇ ਮਾਹੌਲ ਔਰ ਵਾਤਾਵਰਨ ਹੀ ਉੱਥੇ ਉੱਦਾਂ ਦਾ ਪੈਦਾ ਕਰ ਦਿੱਤਾ ਸੀ ਜਿਸ ਦੇ ਵਿੱਚ ਉਹ ਦੋਵੇਂ ਗੈਂਗਸਟਰ ਜਿਹੜੇ ਆ ਉਹ ਮਾਰ ਦਿੱਤੇ ਗਏ ਨੇ। ਤਾਂ ਅਸੀਂ ਉਸ ਦਿਨ ਦੇਖਿਆ ਹੈ ਕਿ ਜਿਸ ਦਿਨ ਉਹਨੂੰ ਮੈਡੀਕਲ ਵਾਸਤੇ ਉਸ ਰਾਤ ਲਿਜਾਇਆ ਜਾ ਰਿਹਾ ਸੀਗਾ, ਪਹਿਲਾਂ ਤਾਂ ਰਾਤ ਵਾਲਾ ਉਹ ਸਮਾਂ ਹੀ ਗਲਤ ਸੀਗਾ। ਇੱਦਾਂ ਕਦੇ ਵੀ ਨਹੀਂ ਹੁੰਦਾ ਕਿ ਤੁਸੀਂ ਅੱਧੀ ਰਾਤ ਨੂੰ ਲੈ ਕੇ ਉਹਨਾਂ ਨੂੰ ਤੁਰ ਪਓ। ਮੀਡੀਆ ਨੂੰ ਵੀ ਜਾਣਕਾਰੀ ਸੀ, ਉਹਨਾਂ ਨੇ ਚਾਰੇ ਪਾਸੇ ਤੋਂ ਅਤੀਕ ਨੂੰ ਘੇਰਿਆ ਹੋਇਆ ਸੀ। ਇਸ ਦੌਰਾਨ ਆਰਾਮ ਨਾਲ 3 ਕਾਤਲਾਂ ਨੇ ਅਤੀਕ ਤੇ ਉਸਦੇ ਭਰਾ ਅਸ਼ਰਫ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਇਸ ਦਾ ਵੀਡੀਓ ਭਾਰਤ ਦੇ ਨਾਲ ਦੁਨੀਆ ਭਰ ਦੇ ਵਿੱਚ ਵੇਖਿਆ ਗਿਆ ਔਰ ਇਹਨੇ ਇੱਕ ਵੱਡਾ ਸਵਾਲ ਉਠਾਇਆ। ਸਵਾਲ ਪਤਾ ਕੀ ਆ ਕਿ ਆਖਰ ਪੁਲਿਸ ਨੇ ਜਵਾਬੀ ਕਾਰਵਾਈ ਕਿਉਂ ਨਹੀਂ ਕੀਤੀ। ਫਿਰ ਸ਼ੱਕ ਦੀ ਸੂਈ ਤਾਂ ਹੁਣ ਸਪਸ਼ਟ ਹੈ ਨਾ, ਕਹਿਣ ਦੀ ਲੋੜ ਨਹੀਂ, ਤੁਸੀਂ ਆਪ ਹੀ ਸਮਝ ਗਏ ਹੋ ਕਿ ਪੁਲਿਸ ਨੇ ਜਵਾਬੀ ਕਾਰਵਾਈ ਕਿਉਂ ਨਹੀਂ ਕੀਤੀ। ਪੂਰੀ ਦੁਨੀਆ ਦੇ ਵਿੱਚ ਇਹ ਸਵਾਲ ਉੱਠਿਆ ਹੋਇਆ ਹੈ, ਪੂਰੀ ਦੁਨੀਆ ਇਹ ਸਵਾਲ ਪੁੱਛ ਰਹੀ ਹੈ ਕਿ ਆਖਰ ਪੁਲਿਸ ਨੇ ਅੱਗੋਂ ਜਦੋਂ ਉਹਨਾਂ ਕੋਲ ਹਥਿਆਰ ਸੀਗੇ ਉਹਨਾਂ 3 ਕਾਤਲਾਂ ਨੂੰ ਕਿਉਂ ਨਹੀਂ ਮੌਕੇ ਦੇ ਉੱਤੇ ਉਹਨਾਂ ਨੂੰ ਵੀ ਸ਼ੂਟ ਕਰ ਦਿੱਤਾ ਗਿਆ, ਜਾਂ ਫਿਰ ਉਹਨਾਂ ਦੇ ਉੱਤੇ ਹੀ ਜਵਾਬੀ ਕਾਰਵਾਈ ਕਿਉਂ ਨਹੀਂ ਕੀਤੀ ਗਈ। ਹਮਲਾਵਰਾਂ ਨੇ ਦਿਨ ਗੋਲੀਆਂ ਚਲਾਈਆਂ ਪਰ ਪੁਲਿਸ ਦੇ ਇੱਕ ਵੀ ਗੋਲੀ ਨਹੀਂ ਚੱਲੀ। ਪੁਲਿਸ ਤਾਂ ਉੱਥੇ ਇੱਦਾਂ ਹੋ ਗਈ ਕਿ ਜਿਵੇਂ ਹੱਥਾਂ ਦੇ ਵਿੱਚ ਹਥਿਆਰ ਨਹੀਂ ਸੀਗੇ, ਸ਼ਾਇਦ ਡੰਡੇ ਫੜੇ ਸੀਗੇ, ਇੱਦਾਂ ਹੀ ਲੱਗ ਰਿਹਾ ਸੀਗਾ। ਬਿਲਕੁਲ ਕੋਈ ਪੁਲਿਸ ਵਾਲਾ ਨਹੀਂ ਕੁਸਕਿਆ। ਮਾਰਨ ਤੋਂ ਬਾਅਦ ਕਈ ਕਹਿੰਦੇ ਨੇ ਕਿ ਉਹ ਗੁੰਡਾ ਸੀ ਤੇ ਇਹ ਰੱਬ ਦਾ ਨਿਆਂ ਆ, ਪਰ ਵੱਡੇ ਚੈਨਲ ਤੇ ਉਸ ਨੂੰ ਇੱਕ ਵੱਡਾ ਮਾਫੀਆ ਡਾਨ ਦੱਸਿਆ ਜਾ ਰਿਹਾ ਸੀ। ਅਸੀਂ ਕੌਮੀ ਮੀਡੀਆ ਦੀ ਗੱਲ ਕਰਦੇ ਹਾਂ ਔਰ ਉਹ ਕਿਵੇਂ ਚੀਖ ਕੇ ਉਸ ਨੂੰ ਸਾਬਤ ਕਰ ਰਹੇ ਸੀਗੇ ਕਿ ਬਹੁਤ ਵੱਡਾ ਤਕੜਾ ਗੁੰਡਾ ਮਾਰ ਕੇ ਉਹਨਾਂ ਨੇ ਬਹੁਤ ਫਖਰ ਦਾ ਕੰਮ ਕੀਤਾ ਆ। ਪਰ ਇਹ ਨਹੀਂ ਦੱਸਿਆ ਜਾ ਰਿਹਾ ਕਿ ਮੌਜੂਦਾ ਸਰਕਾਰ ਦਾ 6 ਸਾਲ ਤੋਂ ਰਾਜ ਚੱਲ ਰਿਹਾ ਸੀ ਤੇ ਉਸ ਵਿੱਚ ਇਸ ਤਰ੍ਹਾਂ ਦੇ ਗੁੰਡੇ ਨੂੰ ਵਧਣ ਫੁੱਲਣ ਦਾ ਮੌਕਾ ਮਿਲਿਆ ਤੇ ਮਿਲਿਆ ਕਿਉਂ। ਇੱਥੇ ਸਰਕਾਰ ਵੀ ਜ਼ਿੰਮੇਵਾਰ ਬਣਦੀ ਹੈ। ਸਰਕਾਰ ਦੇ ਉੱਤੇ ਵੀ ਸਵਾਲ ਉੱਠਦੇ ਆ ਕਿ 6 ਸਾਲ ਦੇ ਰਾਜ ਦੇ ਵਿੱਚ ਯੋਗੀ ਆਦਿੱਤਿਆਨਾਥ ਇਸ ਯੂਪੀ ਦੇ ਵਿੱਚ ਸੀਗਾ, ਉੱਥੋਂ ਇਹ ਗੁੰਡਾ ਕਿਉਂ ਵਧਿਆ ਫੁੱਲਿਆ, ਇਹਨੂੰ ਕਿਉਂ ਵਧਣ ਫੁੱਲਣ ਦਿੱਤਾ, ਕਿਉਂ ਇਸ ਤਰੀਕੇ ਨਾਲ ਖੁੱਲ੍ਹੀ ਆਜ਼ਾਦੀ ਦਿੱਤੀ ਕਿ ਜੋ ਮਰਜ਼ੀ ਕਰੇ, ਚਾਹੇ ਉਹ ਧੱਕੇਸ਼ਾਹੀ ਕਰੇ, ਚਾਹੇ ਉਹ ਜ਼ਮੀਨਾਂ 'ਤੇ ਕਬਜ਼ੇ ਕਰੇ, ਚਾਹੇ ਉਹ ਕਤਲੇਆਮ ਕਰੇ, ਚਾਹੇ ਕਿਸੇ ਦੀ ਜਾਇਦਾਦ ਹੜਪ ਲਵੇ। ਜਿਸ ਤਰੀਕੇ ਦੀਆਂ ਉਹ ਹਰਕਤਾਂ ਕਰ ਰਿਹਾ ਸੀਗਾ, ਕਿਉਂ ਨਹੀਂ ਉਸ ਵੇਲੇ ਉਸ ਨੂੰ ਨੱਥ ਪਾਈ ਗਈ। ਇਹ ਕਈ ਸਵਾਲ ਖੜੇ ਹੁੰਦੇ ਆ। ਕਿਉਂ ਸ਼ਹਿ ਦਿੱਤੀ ਗਈ ਆ? ਸਰਕਾਰ ਕਿੱਥੇ ਸੁੱਤੀ ਪਈ ਸੀ? ਕਿ ਸਰਕਾਰ ਜਾਂ ਪੁਲਿਸ ਨੂੰ ਇਹ ਪਤਾ ਨਹੀਂ ਸੀ ਲੱਗ ਰਿਹਾ ਕਿ ਉਸ ਦੇ ਇਲਾਕੇ ਵਿੱਚ ਜਾਂ ਉਹਦੀ ਸਟੇਟ ਦੇ ਵਿੱਚ ਇਹ ਕੀ ਹੋ ਰਿਹਾ? ਇਹ ਸਵਾਲ ਖੜੇ ਹੁੰਦੇ ਆ। ਤੇ ਅੱਜ ਜਿਸ ਤਰੀਕੇ ਹਾਲਾਤ ਬਣੇ ਆ, ਅੱਜ ਕੋਈ ਨਹੀਂ ਪੁੱਛ ਰਿਹਾ ਕਿ ਅਤੀਕ ਅਹਿਮਦ ਕੋਲੇ ਭ੍ਰਿਸ਼ਟਾਚਾਰ ਦੇ ਕੁਝ ਮਾਮਲਿਆਂ ਬਾਰੇ ਪੂਰੇ ਸਬੂਤ ਸਨ, ਜਿਸ ਦੇ ਉਹ ਕੁਝ ਰਾਜ ਖੋਲ੍ਹਣਾ ਚਾਹੁੰਦਾ ਸੀ। ਉਹਨਾਂ ਰਾਜਾਂ ਦਾ ਹੁਣ ਕੀ ਹੋਊਗਾ? ਕੋਈ ਮੀਡੀਆ ਚੈਨਲ ਨਹੀਂ ਇਸ ਮਾਮਲੇ 'ਤੇ ਬੋਲ ਰਿਹਾ, ਕਿਉਂਕਿ ਮੈਂ ਫਿਰ ਇੱਕ ਵਾਰੀ ਚੇਤੇ ਕਰਾ ਦਾਂ ਕਿ ਅਸੀਂ ਪਿਛਲੀ ਰਿਪੋਰਟ ਵਿੱਚ ਵੀ ਗੱਲ ਕੀਤੀ ਆ ਤੇ ਅੱਜ ਮੈਂ ਜੋ ਇਹ ਗੱਲ ਕਰ ਰਿਹਾ, ਅੱਜ ਮੈਂ ਫਿਰ ਦੱਸਣਾ ਚਾਹੁੰਦਾ ਹਾਂ ਕਿ ਅਤੀਕ ਅਹਿਮਦ ਨੇ ਤੇ ਉਸਦੇ ਭਰਾ ਅਸ਼ਰਫ ਨੇ, ਉਹਨਾਂ ਕੋਲੇ ਬਹੁਤ ਵੱਡੇ ਰਾਜ ਸੀਗੇ। ਉਹ ਰਾਜ ਸੀਗੇ ਬਹੁਤ ਵੱਡੇ ਸਫੇਦ ਪੋਸ਼ਾਂ ਦੇ ਬਾਰੇ ਵਿੱਚ ਔਰ ਬਹੁਤ ਸਾਰੇ ਲੀਡਰਾਂ ਦੇ ਬਾਰੇ ਵਿੱਚ। ਉਹਨਾਂ ਨੂੰ ਸੀਗਾ, ਲੀਡਰਾਂ ਨੂੰ ਤੇ ਉਹਨਾਂ ਸਫੈਦ ਪੋਸ਼ਾਂ ਨੂੰ, ਕਿ ਜੇ ਹੁਣ ਇਹ ਪੁਲਿਸ ਦੀ ਗ੍ਰਿਫਤ ਵਿੱਚ ਹੈਗਾ ਆ ਤੇ ਜੇ ਇਹਨੇ ਅਦਾਲਤ ਵਿੱਚ ਪੁੱਛਤਾਛ ਹੋਈ, ਜੇ ਰਿਮਾਂਡ 'ਤੇ ਲਿਆ ਗਿਆ ਤੇ ਉਹਨੇ ਕੁਛ ਤਾਂ ਦੱਸ ਹੀ ਦਿੱਤੇ ਸੀ ਤੇ ਬਾਕੀ ਵੀ ਜੇ ਦੱਸ ਦਿੱਤੇ ਤਾਂ ਫਿਰ
यूपी ਦੀ ਜਿਹੜੀ ਸਿਆਸਤ ਆ ਉਹਦੇ ਵਿੱਚ ਵੱਡਾ ਭੁਚਾਲ ਆਉਣ ਵਾਲਾ ਸੀਗਾ। यूपी ਦੇ ਬਹੁਤ ਵੱਡੇ ਧਨਾੜ ਇਸ ਮਾਮਲੇ ਵਿੱਚ ਫਸਣ ਵਾਲੇ ਸੀਗੇ। यूपी ਨਹੀਂ ਬਲਕਿ ਤੁਸੀਂ ਬਾਕੀ ਸਟੇਟਾਂ ਜਿੱਥੋਂ ਤੱਕ ਉਹਦਾ ਕਦਮ ਪੈਂਦਾ ਸੀਗਾ ਤੀਕ ਦਾ, ਉਹਦੀ ਗੁੰਡਾਗਰਦੀ ਦਾ, ਉੱਥੋਂ ਤੱਕ ਕਈ ਜਿਹੜੇ ਤਾਰ ਸੀਗੇ ਉਹ ਜੁੜੇ ਹੋਏ ਸੀ। ਹੋ ਸਕਦਾ ਸੀਗਾ ਕਿ ਇਹ ਤਾਰ ਜਿਹੜੇ ਸੀਗੇ ਉਦੋਂ ਵੀ ਵੱਡੇ ਜਿਹੜੇ ਮੰਤਰੀ ਸੰਤਰੀ ਜਾਂ ਫਿਰ ਵੱਡੇ ਸਫੇਦਪੋਸ਼ ਆ ਉੱਥੋਂ ਤੱਕ ਜੁੜੇ ਹੁੰਦੇ ਕਿ ਆਖਰ ਇਹਨਾਂ ਗੁੰਡਿਆਂ ਨੂੰ ਸ਼ਹਿ ਕੌਣ ਦਿੰਦਾ, ਇਹਨਾਂ ਨੂੰ ਹਥਿਆਰ ਕੌਣ ਦਿੰਦਾ, ਇਹਨਾਂ ਨੂੰ ਕਾਰਵਾਈਆਂ ਕਰਨ ਦੀ ਖੁੱਲ੍ਹ ਕਿਉਂ ਦਿੰਦਾ ਆ, ਕਿਉਂ ਨਹੀਂ ਪੁੱਛਿਆ ਜਾਂਦਾ। ਚਾਹੇ ਇੱਥੇ ਮੈਂ ਕੇਂਦਰ ਸਰਕਾਰ ਦੀ ਗੱਲ ਕਰ ਲਵਾਂ, ਚਾਹੇ ਇੱਥੋਂ ਦੀ ਰਾਜ ਸਰਕਾਰ ਦੀ ਗੱਲ ਕਰ ਲਵਾਂ, ਔਰ ਸਟੇਟ ਚਾਹੇ ਕੋਈ ਵੀ ਹੋਵੇ, ਪਹਿਲਾਂ ਗੁੰਡਿਆਂ ਨੂੰ ਪਨਪਣ ਦਿੱਤਾ ਜਾਂਦਾ। ਇਹੀ ਸਾਡੇ ਇੱਥੇ ਦੇਖਣ 'ਚ ਆਇਆ ਕਿ ਪੰਜਾਬ ਦੇ ਵਿੱਚ ਅਕਾਲੀ ਭਾਜਪਾ ਰਾਜ ਸਮੇਂ ਅਤੇ ਉਸ ਤੋਂ ਬਾਅਦ ਕਾਂਗਰਸ ਦੇ ਰਾਜ ਸਮੇਂ ਇੱਥੇ ਇੰਨਾ ਕੁ ਚਿੱਟਾ, ਇੰਨਾ ਕੁ ਨਸ਼ਾ ਵਿਕਿਆ, ਇੰਨੇ ਕੁ ਗੈਂਗਸਟਰ ਪੈਦਾ ਹੋਏ। ਤਾਂ ਇਹ ਗੈਂਗਸਟਰ ਪੈਦਾ ਕਿਵੇਂ ਹੋਏ ਨੇ, ਇਹਨਾਂ ਨੂੰ ਪੈਦਾ ਹੋਣ ਦਿੱਤਾ ਪਿਆ ਆ। ਜੇ 84 ਦੀ ਅਸੀਂ ਗੱਲ ਕਰ ਲਈਏ ਤਾਂ 80 ਤੋਂ 95 ਤੱਕ ਦੇ ਜਿਹੜੇ 15 ਸਾਲ ਸੀ ਉਹਦੇ ਵਿੱਚ ਖਾੜਕੂਵਾਦ ਆਖਰ ਪੈਦਾ ਕਿਵੇਂ ਹੋਇਆ, ਇਹਦੇ ਵਿੱਚ ਕੌਣ ਜ਼ਿੰਮੇਵਾਰ ਸੀਗੇ, ਇਹ ਸਪਸ਼ਟ ਹੈ ਸਾਰੀ ਗੱਲ। ਤੇ ਇਸ ਕਰਕੇ ਜਦੋਂ ਤੁਸੀਂ ਇਹਨਾਂ ਚੀਜ਼ਾਂ ਨੂੰ ਪਨਪਨ ਦਿੰਦੇ ਹੋ ਤੇ ਫਿਰ ਜਦੋਂ ਉਹ ਤੁਹਾਡੇ ਲਈ ਸਿਰਦਰਦੀ ਬਣਦੀਆਂ ਤੇ ਫਿਰ ਤੁਸੀਂ ਉਹਨਾਂ ਨੂੰ ਗੁੱਠੇ ਲਾਉਂਦੇ ਹੋ, ਫਿਰ ਉਹਨਾਂ ਨੂੰ ਮਾਰਦੇ ਹੋ, ਫਿਰ ਚਾਹੇ ਇਨਕਾਊਂਟਰ ਕਰਨੇ ਪੈਣ, ਚਾਹੇ ਫਰਜ਼ੀ ਇਨਕਾਊਂਟਰ ਕਰਨੇ ਪੈਣ। ਔਰ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਪੂਰੀ ਨੌਜਵਾਨਾਂ ਦੀ ਵਾਢੀ ਕੀਤੀ ਗਈ ਸੀ ਪੁਲਿਸ ਬੰਨਿਓ ਤੇ ਸਰਕਾਰਾਂ ਬੰਨਿਓ, ਉਹ ਜੱਗ ਜ਼ਾਹਿਰ। ਇਹੀ ਕੁਛ ਉੱਥੇ ਹੋ ਰਿਹਾ। ਇਸ ਕਰਕੇ ਸਰਕਾਰ ਚਾਹੇ यूपी ਦੀ ਹੋਵੇ, ਚਾਹੇ ਪੰਜਾਬ ਦੀ ਹੋਵੇ ਜਾਂ ਕਿਸੇ ਵੀ ਅਦਰ ਸਟੇਟ ਦੀ ਹੋਵੇ, ਜਦੋਂ ਉਹ ਵਾਢਾ ਆਪ ਧਰਦੀ ਆ ਫਿਰ ਕੋਈ ਫਰਕ ਨਹੀਂ ਰਹਿ ਜਾਂਦਾ ਗੁੰਡਿਆਂ ਦੇ ਵਿੱਚ ਤੇ ਉਹਦੇ ਵਿੱਚ ਕਿ ਜਦੋਂ ਉਹ ਖਾਤਮਾ ਕਰਦੀ, ਉਹ ਪਰਿਵਾਰ ਉਜਾੜਦੀ ਆ, ਉਹ ਨੌਜਵਾਨਾਂ ਦਾ ਘਾਣ ਕਰਦੀ ਆ, ਜਾਂ ਫਿਰ ਜਿਹੜੇ ਲੋਕ ਇਹਨਾਂ ਚੀਜ਼ਾਂ ਦੇ ਵਿੱਚ ਮੁਨੱਵਸ ਪਾਏ ਜਾਂਦੇ ਨੇ ਉਹਨਾਂ ਦਾ ਘਾਣ ਕਰਦੀ ਆ। ਤਾਂ ਜਿਨ੍ਹਾਂ 3 ਮੁੰਡਿਆਂ ਨੇ ਅਤੀਕ ਅਹਿਮਦ ਦਾ ਕਤਲ ਕੀਤਾ ਆ ਉਹ ਨਸ਼ੇੜੀ ਸਨ। ਉਹਨਾਂ ਉੱਪਰ ਕਈ ਕੇਸ ਦਰਜ ਸਨ। ਉਹਨਾਂ ਵਿੱਚੋਂ ਇੱਕ ਦੇ ਪਿਓ ਨੇ ਤਾਂ ਆਪਣੇ ਪੁੱਤਰ ਨਾਲ ਰਿਸ਼ਤਾ ਹੀ ਤੋੜ ਦਿੱਤਾ। ਪਰ ਹੁਣ ਇਹ ਗੱਲ ਆਖੀ ਜਾ ਰਹੀ ਹੈ ਕਿ ਇਹ ਮੁੰਡੇ ਬੜੇ ਧਾਰਮਿਕ ਬਿਰਤੀ ਵਾਲੇ ਸਨ, ਜਿਹੜੇ ਕਿ ਅਸੀਂ ਕਹਿ ਸਕਦੇ ਹਾਂ ਕਿ ਬਲਕੀਸ ਬਾਨੋ ਕਾਂਡ ਵਾਲੇ ਵੀ ਬਹੁਤ ਨੇਕ ਚਾਲ ਚੱਲਣ ਵਾਲੇ ਸਨ। ਇਸ ਕਰਕੇ ਜੇਲ੍ਹਾਂ ਤੋਂ ਰਿਹਾ ਕਰਕੇ ਤੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਇੱਦਾਂ ਹੀ ਹੁੰਦਾ। ਤਾਂ ਸੌਦਾ ਸਾਧ ਵੀ ਬਹੁਤ ਨੇਕ ਚਾਲ ਚੱਲਣ ਵਾਲਾ, ਹਰਿਆਣੇ ਦਾ ਮੁੱਖ ਮੰਤਰੀ ਖੱਟੜ ਉਹਦੇ ਬਾਰੇ ਵੀ ਇਹੀ ਗੱਲਾਂ ਕਰਦਾ ਆ। ਤਾਂ ਦੂਜੇ ਪਾਸੇ ਮਾਫੀਆ ਜਗਤ ਵਿੱਚ ਇਹ ਮੁੰਡੇ ਜਿਹੜੇ ਸੀਗੇ, ਇਹ ਤਿੰਨੇ ਜਿਹੜੇ ਕਾਤਲ ਗੁੰਡੇ ਸੀਗੇ, ਇਹਨਾਂ ਦਾ ਕਹਿਣਾ ਸੀਗਾ ਕਿ ਮਾਫੀਆ ਜਗਤ ਵਿੱਚ ਆਪਣਾ ਨਾਮ ਕਾਇਮ ਕਰਨਾ ਚਾਹੁੰਦੇ ਨੇ। ਯਾਨੀ ਕਿ ਯੋਗੀ ਬਾਰੇ ਜੋ ਇਹ ਆਖਿਆ ਜਾਂਦਾ ਹੈ ਕਿ ਉਹ यूपी ਵਿੱਚ ਮਾਫੀਆ ਖਤਮ ਕਰ ਦਿੱਤਾ ਉਸਨੇ ਤੇ ਗੁੰਡੇ ਉਸਦੇ ਨਾਂ ਤੋਂ ਡਰਦੇ ਨੇ। ਇਸ ਖਬਰ 'ਚ ਕੋਈ ਸੱਚਾਈ ਨਹੀਂ ਹੈ। ਗੁੰਡੇ ਵੇਖ ਲਓ ਤੁਹਾਡੇ ਸਾਹਮਣੇ ਆ, ਇਹ 3 ਗੁੰਡੇ ਵੀ ਸੀਗੇ, ਹੋਰ ਗੁੰਡੇ ਵੀ ਆ। ਇਸ ਕਰਕੇ ਯੋਗੀ ਦੀਆਂ ਜਿਹੜੀਆਂ ਗੱਲਾਂ ਆ ਉਹ ਗਪੌੜਾ ਹੀ ਆ, ਉਹਦੇ ਵਿੱਚ ਕੋਈ ਖਾਸ ਗੱਲ ਨਹੀਂ ਹੈਗੀ, ਇਹਦੇ 'ਚ ਸੱਚਾਈ ਕੋਈ ਨਹੀਂ ਹੈਗੀ, ਇਹੀ ਕਹਿ ਸਕਦੇ ਹਾਂ। ਇੱਕ ਹੋਰ ਗੱਲ ਵੀ ਕਹੀ ਜਾ ਰਹੀ ਹੈ, ਉਹ ਇਹ ਹੈ ਕਿ ਅਤੀਕ ਅਹਿਮਦ ਮੁਸਲਮਾਨ ਸੀ ਤੇ ਮੁਸਲਮਾਨ ਵਾਸਤੇ ਵੱਖਰਾ ਹੀ ਨਿਆਂ ਦਾ ਵਕਤ ਆ ਗਿਆ ਆ। ਜਿਵੇਂ 2020 ਵਿੱਚ ਦਿੱਲੀ ਵਿੱਚ ਵੇਖਿਆ, ਜੇ ਭੀੜ ਸਾਹਮਣੇ ਆਪਣੇ ਆਪ ਨੂੰ ਬਚਾਉਣ ਦਾ ਯਤਨ ਵੀ ਕੀਤਾ ਜਾਊਗਾ ਤਾਂ ਪਰਚਾ ਮੁਸਲਮਾਨ ਦੇ ਉੱਤੇ ਹੀ ਹੋਊਗਾ, ਕਿਉਂਕਿ ਹੁਣ ਨਿਆਂ ਧਰਮ ਦੀ ਐਨਕ ਲਾ ਕੇ ਦਿੱਤਾ ਜਾਵੇਗਾ। ਇਹ ਸਥਿਤੀਆਂ ਬਣੀਆਂ। ਔਰ ਇਹ ਜਿਹੜੀ ਗੱਲ ਆ, ਇਹ ਸਾਡੇ ਇੱਕ ਉੱਘੀ ਪੱਤਰਕਾਰ ਨਿਮਰਤ ਕੌਰ ਨੇ ਵੀ ਇਸ ਬਾਰੇ ਲਿਖਿਆ, ਜਿਹੜੇ ਕਿ ਸਪੋਕਸਮੈਨ ਦੇ ਜਿਹੜੇ ਨੇ ਵੱਡੇ ਪੱਤਰਕਾਰ ਨੇ, ਉਹਨਾਂ ਦਾ ਵੀ ਇਹ ਕਹਿਣਾ ਆ। ਅਤੀਕ ਅਸ਼ਰਫ ਦੇ ਇਸ ਮਾਮਲੇ ਤੋਂ ਬਾਅਦ ਅੱਜ ਹੀ ਨਾਲ ਜੁੜਦੀ ਗੱਲ ਆ ਉਹ ਇਹ ਹੈ ਕਿ ਹੁਣ ਧਮਕੀ ਵੀ ਮਿਲੀ ਆ, ਅਤੀਕ ਅਸ਼ਰਫ ਦੇ ਕਤਲ ਦਾ ਬਦਲਾ ਲਵਾਂਗੇ। ਅੱਤਵਾਦੀ ਸੰਗਠਨ ਅਲ ਕਾਇਦਾ ਨੇ ਧਮਕੀ ਦਿੱਤੀ ਹੈ। ਅੱਤਵਾਦੀ ਸੰਗਠਨ ਅਲ ਕਾਇਦਾ ਨੇ ਅਤੀਕ ਕਤਲकांड ਦਾ ਬਦਲਾ ਲੈਣ ਦੀ ਧਮਕੀ ਦਿੱਤੀ ਆ। ਤਾਂ ਉਹਨਾਂ ਨੇ 7 ਪੰਨਿਆਂ ਦੀ ਮੈਗਜ਼ੀਨ ਜਾਰੀ ਕਰਕੇ ਕਿਹਾ ਆ ਕਿ ਉਹ ਇਸ ਕਤਲकांड ਦਾ ਬਦਲਾ ਲੈਣਗੇ। ਅੱਤਵਾਦੀ ਸੰਗਠਨ ਦੀ ਇਸ ਧਮਕੀ ਤੋਂ ਬਾਅਦ ਜਾਂਚ ਏਜੰਸੀਆਂ ਹਾਈ ਅਲਰਟ ਤੇ ਆ ਗਈਆਂ ਨੇ। ਤਾਂ ਦੱਸ ਦਈਏ ਕਿ ਮਾਫੀਆ ਅਤੀਕ ਅਹਿਮਦ ਅਤੇ ਉਸਦੇ ਭਰਾ ਅਸ਼ਰਫ ਦੀ 15 ਅਪ੍ਰੈਲ 2023 ਦੀ ਰਾਤ ਨੂੰ ਪ੍ਰਯਾਗਰਾਜ 'ਚ ਕਤਲ ਕਰ ਦਿੱਤਾ ਸੀ। ਪੁਲਿਸ ਦੀ ਸੁਰੱਖਿਆ ਦਰਮਿਆਨ ਇਸ ਕਤਲकांड ਨੂੰ ਸ਼ੂਟਰ ਅਰਨ ਮੌਰਿਆ, ਸਨੀ ਅਤੇ ਲਵਲੇਸ਼ ਤਿਵਾੜੀ ਨੇ ਅੰਜਾਮ ਦਿੱਤਾ ਸੀ। ਤਿੰਨੇ
ਕਾਤਲ ਪੱਤਰਕਾਰ ਬਣ ਕੇ ਆਏ ਸਨ। ਇਸ ਤੋਂ ਬਾਅਦ ਜਿਵੇਂ ਹੀ ਅਤੀਕ ਅਤੇ ਅਸ਼ਰਫ ਨੇ ਮੀਡੀਆ ਨਾਲ ਗੱਲ ਕਰਨੀ ਚਾਹੀ ਤਾਂ ਤਿੰਨਾਂ ਨੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਤਿੰਨੇ ਕਾਤਲਾਂ ਨੇ ਪੁਲਿਸ ਸਾਹਮਣੇ ਆਤਮ ਸਮਰਪਣ ਕਰ ਦਿੱਤਾ ਤੇ ਇਸ ਕਤਲकांड ਦੀ ਜਾਂਚ ਚੱਲ ਰਹੀ ਹੈ ਔਰ ਹੈਰਾਨੀ ਦੀ ਗੱਲ ਹੈ ਕਿ ਪੁਲਿਸ ਨੇ ਉਹਨਾਂ ਦਾ ਰਿਮਾਂਡ ਵੀ ਨਹੀਂ ਸੀ ਲਿਆ। ਤਾਂ ਸ਼ੁੱਕਰਵਾਰ ਨੂੰ ਜੁਮੇ ਦੀ ਨਮਾਜ਼ ਮਗਰੋਂ ਪਟਨਾ ਵਿੱਚ ਅਤੀਕ ਅਹਿਮਦ ਦੇ ਸਮਰਥਨ ਵਿੱਚ ਵੀ ਨਾਅਰੇਬਾਜ਼ੀ ਹੋਈ ਹੈ। ਦੇਸ਼ 'ਚ ਅਤੀਕ ਅਹਿਮਦ ਦੇ ਕਤਲ ਦੇ ਮਗਰੋਂ ਇਸ ਘਟਨਾ ਨੇ ਸਿਆਸੀ ਰੰਗ ਲੈ ਲਿਆ ਹੈ। ਕੋਈ ਇਸ ਨੂੰ ਸਾਜ਼ਿਸ਼ ਦੱਸ ਰਿਹਾ ਤੇ ਕੋਈ ਇਸ ਕਤਲकांड ਨੂੰ ਹਿੰਦੂ ਮੁਸਲਮਾਨ ਵਾਲਾ ਐਂਗਲ ਦੇ ਰਿਹਾ। ਅਜਿਹੇ ਵਿੱਚ ਹੁਣ ਅਲ-ਕਾਇਦਾ ਦੀ ਧਮਕੀ ਨੇ ਅੱਗ 'ਚ ਘਿਓ ਪਾਉਣ ਦਾ ਕੰਮ ਕੀਤਾ ਹੈ। ਫਿਲਹਾਲ ਕੁੱਲ ਨਿਬੜਦੀ ਗੱਲ ਆ ਕਿ ਅਸੀਂ ਜੱਜਮੈਂਟ ਪੱਤਰਕਾਰ ਹੋ ਕੇ ਨਹੀਂ ਦਿੰਦੇ ਇਸ ਗੱਲ ਦੀ ਕਿ ਕੌਣ ਦੋਸ਼ੀ ਆ, ਪਰ ਫਿਲਹਾਲ ਜਿਸ ਤਰੀਕੇ ਦੀਆਂ ਪ੍ਰਸਥਿਤੀਆਂ ਬਣੀਆਂ ਹੋਈਆਂ ਆ ਉਹਨਾਂ ਪ੍ਰਸਥਿਤੀਆਂ ਵਿੱਚੋਂ ਜੋ ਕੁਝ ਨਿਕਲ ਕੇ ਆ ਰਿਹਾ ਉਸ ਤੋਂ ਇੰਜ ਲੱਗਦਾ ਆ ਕਿ ਜੇ ਸਰਕਾਰਾਂ ਹੀ ਉੱਠ ਕੇ ਅਦਾਲਤੀ ਪ੍ਰਕਿਰਿਆ ਰਾਹੀਂ ਕੋਈ ਨਿਆਂ ਕਾਨੂੰਨ ਦੀ ਪ੍ਰਣਾਲੀ ਦਾ ਜੋ ਆ ਉਸ ਦੇ ਉੱਤੇ ਯਕੀਨ ਨਾ ਕਰਦੇ ਹੋਏ ਆਪਦੇ ਹੱਥਾਂ 'ਚ ਇੱਦਾਂ ਦੇ ਫੈਸਲੇ ਇਨਕਾਊਂਟਰ ਵਰਗੇ ਫੈਸਲੇ ਕਰਨਾ ਸ਼ੁਰੂ ਕਰ ਦੇਣਗੀਆਂ ਤੇ ਵਾਕਈ ਇਸ ਗੱਲ ਨੂੰ ਕਹਿਣ ਵਿੱਚ ਕੋਈ ਅਤਕਥਨੀ ਨਹੀਂ ਹੋਊਗੀ ਕਿ ਫਿਰ ਗੁੰਡਿਆਂ ਤੇ ਫਿਰ ਜਿਹੜੇ ਉੱਪਰ ਕੁਰਸੀਆਂ ਦੇ ਉੱਚ ਅਹੁਦਿਆਂ ਉੱਤੇ ਬੈਠੇ ਆ ਜਾਂ ਸਰਕਾਰਾਂ ਚਲਾ ਰਹੇ ਆ ਫਿਰ ਉਹਨਾਂ 'ਚ ਕੀ ਫਰਕ ਰਹਿ ਜਾਂਦਾ ਆ। ਸੋ ਫਿਲਹਾਲ ਹੁਣ ਦੇਖਣਾ ਇਹ ਹੋਊਗਾ ਕਿ ਸਰਕਾਰਾਂ ਇਹੋ ਜਿਹੀਆਂ ਆਪਣੀਆਂ ਨੀਤੀਆਂ ਬਦਲਦੀਆਂ ਨੇ ਜਾਂ ਫਿਰ ਉਹ ਵੀ ਇਸੇ ਪੈਟਰਨ ਦੇ ਉੱਤੇ ਚੱਲ ਕੇ ਨਿਆਂ ਦਾ ਜਲੂਸ ਕੱਢਦਾ ਰਹਿਣਗੀਆਂ। ਕੈਮਰਾ ਪਰਸਨ ਜਸ਼ਨਦੀਪ ਦੇ ਨਾਲ ਕਮਲਜੀਤ ਸਿੱਧੂ, 1 TV।